ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੀ ਤੁਸੀਂ ਸਾਰੀ ਸੰਗਤ ਨੇ ਕਿੱਡਾ ਵੱਡਾ ਲਾਹਾ ਖੱਟਿਆ ਸਤਿਪੁਰਸ਼ਾਂ ਤੋਂ। ਪਹਿਲੇ ਸੰਤ ਬਾਬੇ ਦਵਿੰਦਰ ਸਿੰਘ ਜੀ ਤਰਨ ਤਾਰਨ ਵਾਲੇ ਮਹਾਂਪੁਰਸ਼, ਉਹਨਾਂ ਦੇ ਬਚਨਾਂ ਰਾਹੀਂ ਕਿੰਨਾ ਲਾਭ ਉਠਾਇਆ। ਪਿੱਛੋਂ ਜਿਨ੍ਹਾਂ ਨੇ ਉਹ ਸਤਿਪੁਰਸ਼ਾਂ ਦੀ ਸੰਗਤ ਕੀਤੀ ਹੈ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਜੁੜੇ ਹੋਏ ਹਾਂ। ਜਰਗ ਵਾਲੇ ਸਤਿਪੁਰਸ਼ ਸੰਤ ਬਾਬਾ ਭੁਪਿੰਦਰ ਸਿੰਘ ਜੀ ਮਹਾਂਪੁਰਸ਼, ਉਹਨਾਂ ਨੇ ਕਿਰਪਾ ਕੀਤੀ, ਉਹਨਾਂ ਨੇ ਬਚਨ ਸੁਣਾਏ ਹਨ। ਹੁਣ ਆਪਾਂ ਛੋਟਾ ਜਿਹਾ ਬਚਨ ਕੋਈ ਸਤਿਪੁਰਸ਼ਾਂ ਦਾ ਯਾਦ ਕਰ ਲੈਂਦੇ ਹਾਂ। ਥੋੜਾ ਜਿਹਾ ਮਨ ਤੇ ਹੋਰ ਅਸਰ ਹੋ ਜਾਏ ਬਈ ਸਤਿਪੁਰਸ਼ ਕਿੱਦਾਂ ਤਕਦੀਰਾਂ ਨੂੰ ਬਦਲ ਦਿੰਦੇ ਹਨ, ਅਣਹੋਣੀ ਨੂੰ ਅਣਹੋਣੀ ਕਰ ਦਿੰਦੇ ਹਨ, ਤੇ ਉਹ ਮੌਤ ਤੋਂ ਵੀ ਬਚਾ ਸਕਦੇ ਹਨ। ਇਹਦੇ 'ਚ ਆਪਾਂ ਨੂੰ ਸਿੱਖਿਆ ਮਿਲੂ। ਸਾਡੇ ਮਨ ਨੂੰ ਸਿੱਖਿਆ ਦੇਣ ਵਾਸਤੇ ਹੀ ਆਪਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਕੱਠੇ ਹੋਏ ਹਾਂ, ਸਾਧੂ ਮਹਾਂਪੁਰਸ਼ਾਂ ਦੇ ਬਚਨ ਸੁਣ ਕੇ, ਤਾਂ ਕਿ ਗੁਰਬਾਣੀ ਦੁਆਰਾ ਲਾਭ ਉਠਾ ਸਕੀਏ, ਸਾਡਾ ਜਨਮ ਸਫਲਾ ਹੋ ਜਾਏ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਉਹ ਪੂਰਨ ਸਾਧੂ ਦੀ ਸੰਗਤ ਵਿੱਚ ਆਪ ਜੀ ਸਾਰੇ ਸੁਸ਼ੋਭਿਤ ਹੋ, ਮੈਂ ਵੀ ਆਪ ਜੀ ਦੇ ਨਾਲ ਹੀ ਬੈਠਾ ਹਾਂ। ਮੈਂ ਵੀ ਸਤਿਪੁਰਸ਼ਾਂ ਦੇ ਬਚਨਾਂ ਦਾ ਲਾਹਾ ਖੱਟਿਆ ਜਿਹੜਾ ਹੁਣ ਤੱਕ ਸੁਣਾਇਆ ਗਿਆ। ਇਹ ਤਾਂ ਸਾਇੰਸ ਦੀ ਦੇਣ ਹੀ ਹੈ ਆਪਣੇ ਸਾਰਿਆਂ ਨੂੰ। ਕਿੱਥੇ ਤੱਕ ਸਤਿਪੁਰਸ਼ ਭਲਾ ਕਰ ਸਕਦੇ ਹਨ, ਉਹ ਆਪਾਂ ਇੱਕ ਬਚਨ ਯਾਦ ਕਰ ਲਈਏ, ਫਿਰ ਸਮਾਪਤੀ ਤਾਂ ਹੋਏਗੀ। ਦੋਵੇਂ ਹੀ ਸਤਿਪੁਰਸ਼ ਸੰਤ ਬਾਬਾ ਈਸਰ ਸਿੰਘ ਮਹਾਰਾਜ ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਕਿੰਨੇ ਪਰਉਪਕਾਰ ਸਾਡੇ ਤੇ ਕਰਦੇ ਰਹੇ ਨੇ। ਇੱਕ ਨੇ ਸੇਵਾ ਸਾਂਭੀ ਹੋਈ ਸੀ, ਜਿਹੜੀ ਬਹੁਤ ਔਖਾ ਕੰਮ, ਬੇਅੰਤ ਸੰਗਤਾਂ ਦੀ ਸੇਵਾ ਦੀ ਸਾਰੀ ਡਿਊਟੀ ਆਪ ਜੀ ਨਿਭਾਉਂਦੇ ਸੀ। ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ, ਜਿਨ੍ਹਾਂ ਨੂੰ ਛੋਟੇ ਸੰਤ ਮਹਾਰਾਜ ਕਹਿੰਦੇ ਸਨ। ਵੱਡੇ ਸਤਿਪੁਰਸ਼ ਭਜਨ ਸਿਮਰਨ ਤੇ ਦੀਵਾਨਾਂ ਵਿੱਚ ਟੁੱਟੀਆਂ ਹੋਈਆਂ ਰੂਹਾਂ ਨੂੰ ਪਰਮੇਸ਼ਰ ਨਾਲ ਜੋੜਦੇ ਸਨ, ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੋੜਦੇ ਸਨ ਤੇ ਅੰਮ੍ਰਿਤ ਦੀ ਦਾਤ ਬਖਸ਼ਦੇ ਸਨ। ਲੱਖਾਂ ਦੀ ਤਾਦਾਦ ਵਿੱਚ ਉਹਨਾਂ ਨੇ ਟੁੱਟੇ ਹੋਇਆਂ ਨੂੰ ਜੋੜ ਕੇ ਗੁਰੂ ਕਲਗੀਧਰ ਪਿਤਾ ਜੀ ਦੇ ਚਰਨੀ ਲਾ ਕੇ ਮੁਕਤ ਦੇ ਯੋਗ ਬਣਾਇਆ ਸੀ, ਭਾਗੀ ਬਣਾਇਆ ਸੀ। ਆਹ ਛੋਟਾ ਜਿਹਾ ਬਚਨ ਇੱਕ ਸਤਿਪੁਰਸ਼ਾਂ ਦਾ ਯਾਦ ਕਰ ਲੈਂਦੇ ਹਾਂ ਬਈ ਕਿੰਨਾ ਵੱਡਾ ਕੁਛ ਕਰ ਸਕਦੇ ਹਨ। ਉਹ ਮੌਤ ਨੂੰ ਵੀ ਰੋਕ ਸਕਦੇ ਹਨ। ਇੱਕ ਵਾਰ ਇਹ ਮਸੀਤਾਂ ਦੀ ਗੱਲ ਹੈ, ਜੋ ਬਠਿੰਡੇ ਤੋਂ ਮੇਰਾ 28-30 ਕਿਲੋਮੀਟਰ ਅੱਗੇ ਜਾ ਕੇ ਛੋਟੇ ਹਜ਼ੂਰ ਮਹਾਰਾਜ ਜੀ ਦਾ ਪਿੰਡ ਹੈ। ਉੱਥੇ ਇੱਕ ਇਹਨਾਂ ਦਾ ਭਰਾਤਾ ਬਾਬਾ ਹਰੀ ਸਿੰਘ ਜੀ, ਉਹਨਾਂ ਦੇ ਪਾਸ ਆ ਕੇ ਇੱਕ ਬੀਬੀ ਉਸੇ ਪਿੰਡ ਦੀ, ਜਿਹੜੀ ਮੱਘਰ ਸਿੰਘ ਦੀ ਬੇਟੀ ਸੀ, ਉਹ ਰੋਣਾ ਸ਼ੁਰੂ ਕਰ ਦਿੱਤਾ। ਤੇ ਬਾਬਾ ਹਰੀ ਸਿੰਘ ਜੀ, ਜੋ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਦੇ ਭਰਾਤਾ ਜੀ ਸਨ, ਉਹਨੇ ਪੁੱਛਿਆ, ਬੇਟਾ ਤੂੰ ਕਿਉਂ ਰੋਣੀ ਹੈ? ਉਹ ਹੋਰ ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ। ਇਹ ਰੋਣੇ ਧੋਣੇ ਵੀ ਸਾਧੂ ਹੀ ਕੋਈ ਮਿਟਾ ਸਕਦਾ ਹੈ, ਪੂਰਨ ਸਾਧੂ। ਉਹ ਕਹਿਣ ਲੱਗੀ, ਮਹਾਰਾਜ ਇਹ ਲਟਕੀ ਰਾਜਸਥਾਨ ਵਿੱਚ ਵਿਆਹੀ ਗਈ ਸੀ, ਮੱਘਰ ਸਿੰਘ ਦੀ ਲਟਕੀ ਸੀ। ਮੱਘਰ ਸਿੰਘ ਮਸੀਤਾਂ ਦੇ ਸਨ, ਮਹਾਰਾਜ ਜੀ ਦੇ ਪਿੰਡ ਦੇ।
ਰਾਜਸਥਾਨ ਵਿੱਚ ਇੱਕ ਪਿੰਡ ਸੰਤਪੁਰਾ ਹੈ ਤੇ ਇਹ ਬੇਟੀ ਉੱਥੇ ਵਿਆਹੀ ਗਈ ਸੀ। ਅੱਗੇ ਸਮਾਂ ਤੁਸੀਂ ਵੀ ਦੇਖਦੇ ਹੋਵੋਗੇ, ਸੂਏ ਕੱਸੀਆਂ ਦਾ ਪਾਣੀ ਲੱਗਦਾ ਸੀ ਫਸਲਾਂ ਨੂੰ ਜ਼ਿਆਦਾ। ਅੱਜ ਕੱਲ੍ਹ ਦੀ ਤਰ੍ਹਾਂ ਮੋਟਰਾਂ ਵਗੈਰਾ ਬਹੁਤ ਘੱਟ ਹੁੰਦੀਆਂ ਸਨ, ਨਾਂ ਦੇ ਤੁੱਲ ਹੀ ਹੁੰਦੀਆਂ ਸਨ। ਇੱਕ ਮੀਰਾਬ ਹੁੰਦਾ ਸੀ, ਉਹ ਦੱਸਦਾ ਸੀ ਤੇਰਾ ਟਾਈਮ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਤੂੰ ਪਾਣੀ ਲਾਉਣਾ ਆਪਦੀ ਜ਼ਮੀਨ ਨੂੰ। ਸੰਤਪੁਰੇ ਪਿੰਡ ਵਿਖੇ ਜਿੱਥੇ ਭਾਈ ਮੱਘਰ ਸਿੰਘ ਦੀ ਬੇਟੀ ਵਿਆਹੀ ਹੋਈ ਸੀ, ਉਹਦੇ ਘਰ ਵਾਲੇ ਦਾ ਟਾਈਮ ਸੀ ਜਿਹੜਾ ਦਿੱਤਾ ਗਿਆ ਸੀ ਟਾਈਮ ਕਿ ਇੰਨੇ ਘੰਟੇ ਤੇਰਾ ਟਾਈਮ ਹੈ, ਤੂੰ ਆਪਦੇ ਖੇਤ ਨੂੰ ਪਾਣੀ ਦੇ ਸਕਦਾ ਹੈ। ਉਹ ਚਲਿਆ ਗਿਆ ਉੱਥੇ, ਤੇ ਇਤਨੇ ਸਮੇਂ ਵਿੱਚ ਤੇ ਜਿਹੜਾ ਇਹ ਲਟਕੀ ਦਾ ਪ੍ਰਾਹੁਣਾ ਸੀ, ਜਿਹੜੀ ਵਿਆਹੀ ਸੀ ਸੰਤਪੁਰੇ ਪਿੰਡ ਵਿੱਚ ਰਾਜਸਥਾਨ ਵਿੱਚ, ਇਹਦਾ ਪਿਓ ਆ ਗਿਆ, ਉਹ ਮੁੰਡੇ ਦਾ। ਉਹਦੇ ਹੱਥ ਵਿੱਚ ਤਲਵਾਰ ਫੜੀ ਹੋਈ ਸੀ। ਉਹ ਕਹਿੰਦਾ ਵੀ ਇਦੋਂ ਬਾਅਦ ਦਾ ਜਿਹੜਾ ਟਾਈਮ ਹੈ ਉਹ ਮੈਂ ਲਾਉਣਾ ਹੈ। ਤੇ ਮੁੰਡੇ ਨੇ ਕਿਹਾ ਵੀ ਇਹਦੇ ਨਾਲ ਹੀ ਤਾਂ ਥੋੜੀ ਬਹੁਤੀ ਫਸਲ ਹੁੰਦੀ ਆ, ਜਿਹੜਾ ਟਾਈਮ ਤੇਰਾ ਸੀ ਪਿਤਾ ਜੀ ਤੂੰ ਲਾ ਲਿਆ, ਹੁਣ ਇਦੋਂ ਬਾਅਦ ਮੇਰਾ ਟਾਈਮ ਹੈ, ਮੇਰੇ ਕੋਲ ਲਿਖਿਆ ਹੋਇਆ ਮੀਰਾਬ ਲਿਖਾ ਕੇ ਗਿਆ ਸੀ। ਉਹ ਕਹਿੰਦਾ ਮੈਨੂੰ ਨਹੀਂ ਪਤਾ ਲਿਖਾ ਕੇ ਗਿਆ ਸੀ ਤੇ ਨਹੀਂ, ਮੈਂ ਨਹੀਂ ਤੈਨੂੰ ਲੱਗਣ ਦੇਣਾ ਪਾਣੀ, ਮੈਂ ਹੀ ਲਾਉਣਾ ਹੈ ਪਾਣੀ ਸਾਰਾ, ਭਾਵੇਂ ਤੇਰਾ ਹਿੱਸਾ ਹੈ ਭਾਵੇਂ ਮੇਰਾ ਹਿੱਸਾ ਹੈ। ਭਾਵੇਂ ਉਹਨੇ ਆਪਦੇ ਪਿਤਾ ਨੂੰ ਕਿਹਾ ਤੁਸੀਂ ਆਪਣਾ ਟਾਈਮ ਲਾ ਲਿਆ ਫਸਲ ਨੂੰ ਪਾਣੀ, ਹੁਣ ਇਹ ਮੈਨੂੰ ਦੇ ਦਿਓ ਮੈਂ ਲਾ ਲਾਂ, ਇੰਨਾ ਮੇਰੀ ਫਸਲ ਵੀ ਥੋੜੀ ਹਰੀ ਭਰੀ ਰਹੇ। ਪਰ ਇੱਕ ਕ੍ਰੋਧ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ ਅਗਨ ਕ੍ਰੋਧ ਚੰਡਾਲ, ਇਹ ਅੱਗ ਦਾ ਰੂਪ ਹੀ ਹੁੰਦਾ ਕ੍ਰੋਧ, ਇਹ ਚੰਡਾਲ ਦਾ ਰੂਪ ਵੀ ਆਪਾਂ ਇਸ ਨੂੰ ਕਹਿ ਸਕਦੇ ਹਾਂ। ਜਦ ਇਹ ਆਦਮੀ ਨੂੰ ਆਉਂਦਾ ਹੈ ਫਿਰ ਸੋਚਦਾ ਨਹੀਂ ਆਦਮੀ ਰਿਸ਼ਤੇਦਾਰੀਆਂ ਵੀ, ਉਹ ਪਹਿਲਾਂ ਹੀ ਇਹ ਲਟਕੀ ਦੇ ਘਰ ਵਾਲੇ ਵਾਸਤੇ, ਆਪਣੇ ਪੁੱਤਰ ਵਾਸਤੇ ਸਮਝ ਲਓ, ਉਹਦਾ ਪਿਓ ਸੀ, ਉਹ ਤਲਵਾਰ ਲੈ ਕੇ ਆਇਆ, ਨਾਲ ਲੈ ਕੇ ਆਇਆ ਸੀ। ਥੋੜਾ ਤੂੰ ਮੈਂ ਹੋ ਗਈ, ਸਾਰਿਆਂ ਨੂੰ ਖਿੱਚ ਹੁੰਦੀ ਹੈ, ਮੈਂ ਪਾਣੀ ਲਾਵਾਂ ਆਪਣੀ ਫਸਲ ਨੂੰ, ਮੇਰੀ ਫਸਲ ਹੋ ਜਾਵੇ, ਕੁਛ ਫਾਇਦਾ ਹੋ ਜਾਵੇ ਸਾਨੂੰ, ਲਾਲਚ ਤਾਂ ਸਾਰਿਆਂ ਨੂੰ ਹੁੰਦਾ। ਪਰ ਮੁੰਡੇ ਨੂੰ ਵੀ ਲਾਲਚ ਸੀ। ਕਿਹਾ ਬਾਪੂ ਲਾਲਚ ਨਾ ਕਰ, ਇਹ ਪਾਣੀ ਹੁਣ ਮੈਨੂੰ ਲਾ ਲੈਣ ਦੇ, ਮੇਰੀ ਵਾਰੀ ਹੈ। ਉਹ ਕਹਿੰਦਾ ਭਾਵੇਂ ਮੈਨੂੰ ਤੇਰਾ ਸਿਰ ਵੱਢਣਾ ਪੈ ਜੇ, ਪਰ ਪਾਣੀ ਤਾਂ ਮੈਂ ਹੀ ਲਾਹੂੰਗਾ। ਉਹਦੇ ਪਾਸ ਪਹਿਲਾਂ ਹੀ ਤਲਵਾਰ ਲੈ ਕੇ ਆਇਆ ਸੀ ਉਹ ਬਜ਼ੁਰਗ ਬਾਬਾ, ਉਹਨੇ ਤਲਵਾਰ ਕੱਢ ਲਈ, ਕਹਿੰਦਾ ਚੰਗਾ ਛੱਡ ਪਾਣੀ, ਕਹੀ ਨਾਲ ਨੱਕਾ ਹੀ ਛੱਡਣਾ ਹੁੰਦਾ, ਹੋਰ ਕੀ ਹੁੰਦਾ ਸੀ। ਜੇ ਤੂੰ ਨੱਕਾ ਛੱਡੇਗਾ, ਮੇਰਾ ਪਾਣੀ ਬੰਦ ਕਰੇਗਾ, ਮੇਰੀ ਫਸਲ ਜਿਹੜੀ ਵੰਡ ਕੇ ਉਹਨੂੰ ਦਿੱਤੀ ਹੋਈ ਸੀ ਉਹ ਫਸਲ ਦੀ ਗੱਲ ਸੀ, ਤਾਂ ਮੈਂ ਤੇਰਾ ਭਾਵੇਂ ਸਿਰ ਵੱਢਣਾ ਪੈ ਜੇ ਮੈਨੂੰ, ਮੈਂ ਤੈਨੂੰ ਪਾਣੀ ਨਹੀਂ ਲਾਉਣ ਦੇਣਾ। ਤੂੰ ਮੈਂ 'ਚ ਗੱਲ ਵੱਧ ਜਾਂਦੀ ਹੈ, ਜ਼ਿਆਦਾ ਗੁੱਸਾ ਵੱਧ ਗਿਆ। ਬਜ਼ੁਰਗ ਨੇ ਤਲਵਾਰ ਕੱਢ ਕੇ ਆਪਣੇ ਮੁੰਡੇ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦਾ ਮੈਂ ਤੇਰਾ ਸਿਰ ਵੱਢ ਦੇਣਾ, ਪਾਣੀ ਲਾਉਣ ਜੋਗਾ ਤੈਨੂੰ ਛੱਡਦਾ ਹੀ ਨਹੀਂ ਹਾਂ। ਆਪਦੇ ਮੁੰਡੇ ਨਹੀਂ ਕਹਿੰਦਾ, ਉਹ ਮੁੰਡਾ ਜਵਾਨ ਸੀ, ਉਸਨੇ ਜ਼ਿਆਦਾ ਗੁੱਸਾ ਵੱਧ ਗਿਆ ਦੋਨੋਂ ਪਾਸੇ, ਤੇ ਉਹਨੇ ਉਹ ਬਜ਼ੁਰਗ ਦੀ ਧੱਕਾ ਮਾਰ ਕੇ ਤਲਵਾਰ ਖੋਲੀ ਤੇ ਆਪਣੇ ਪਿਓ ਦਾ ਸਿਰ ਵੱਢਤਾ। ਹੁਣ ਬਜ਼ੁਰਗ ਆਦਮੀ ਨੌਜਵਾਨ ਨਾਲ ਕਿੱਦਾਂ ਲੜ ਸਕਦਾ ਸੀ। ਗੱਲ ਵੱਧ ਗਈ, ਪਾਸ ਕੁਛ ਆਦਮੀ ਖੜੇ ਸਨ, ਕੇਸ ਚੱਲਿਆ, ਉਹਨਾਂ ਨੇ ਦੱਸਿਆ ਹਾਂ ਸਾਡੇ ਸਾਹਮਣੇ ਇਹਨੇ ਆਪਦੇ ਪਿਓ ਦਾ ਸਿਰ ਵੱਢਿਆ। ਕੋਰਟ ਨੇ ਰਾਜਸਥਾਨ ਵਿੱਚ ਫੈਸਲਾ ਦੇ ਦਿੱਤਾ, ਸਾਰੇ ਵਕੀਲਾਂ ਨੇ,
ਬਈ ਇਹਨੂੰ ਸਜ਼ਾਏ ਮੌਤ ਮੁੰਡੇ ਨੂੰ ਹੋਣੀ ਚਾਹੀਦੀ ਹੈ ਜਿਹਨੇ ਆਪਦੇ ਪਿਓ ਦਾ ਸਿਰ ਵੱਢਿਆ, ਕਿਉਂਕਿ ਉੱਥੇ ਖੜੇ ਹੋਏ ਅਗਵਾ ਮੌਜੂਦ ਹੈ। ਇਸ ਕਰਕੇ ਉਹ ਕੁੜੀ ਆਪਦੇ ਪੇਕੇ ਘਰ ਵਿੱਚ ਆ ਕੇ ਜੱਜ ਨੇ ਹੁਕਮ ਸੁਣਾ ਦਿੱਤਾ ਬਈ ਇਸ ਨੂੰ 6 ਤਰੀਕ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਏਗਾ, ਕਿਉਂਕਿ ਸਾਰੇ ਵਕੀਲਾਂ ਦੀ ਤੇ ਅਗਵਾਹਾਂ ਦੀ ਸੰਧੀ ਹੈ। ਪਤਾ ਕਰਕੇ ਲੜਕੀ ਨੂੰ ਜਦ ਪਤਾ ਲੱਗਿਆ ਉਹਦੇ ਘਰ ਵਾਲੀ ਨੂੰ, ਉਹ ਆਪਦੇ ਪੇਕੇ ਆ ਕੇ ਦਿਨ ਰਾਤ ਰੋਂਦੀ ਸੀ ਵੀ ਮੇਰਾ ਤਾਂ ਕੁਝ ਵੀ ਨਹੀਂ ਬਣਨਾ, ਫਿਰ ਮੈਂ ਕੀ ਕਰੂੰਗੀ। ਇਹ ਤਾਂ ਹੁੰਦਾ ਹੀ ਹੈ। ਉਹ ਹਰੀ ਸਿੰਘ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਦੇ ਭਰਾਤਾ ਜੀ ਸਨ, ਉਹਨਾਂ ਦੇ ਪਾਸ ਆ ਕੇ ਰੋਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਮੇਰੇ ਪਤੀ ਨੂੰ 6 ਤਰੀਕ ਨੂੰ ਜੱਜ ਨੇ ਫਾਂਸੀ ਦਾ ਹੁਕਮ ਦੇ ਦਿੱਤਾ। ਮੇਰਾ ਤਾਂ ਸੰਸਾਰ ਵਿੱਚ ਕੋਈ ਨਹੀਂ, ਮੈਂ ਰਾਜਸਥਾਨ ਵਿੱਚ ਵਿਆਹੀ ਹਾਂ, ਪੰਜਾਬ ਵਿੱਚ ਵੀ ਨਹੀਂ ਹਾਂ, ਤੇ ਮੇਰਾ ਤਾਂ ਕੁਝ ਵੀ ਨਹੀਂ ਬਣ ਸਕੇਗਾ। ਉਹ ਗੁਰਮੁਖ ਪਿਆਰੇ ਭਾਈ ਹਰੀ ਸਿੰਘ ਜੀ ਕਹਿਣ ਲੱਗੇ ਬੇਟਾ ਮੇਰੀ ਤਾਂ ਕੋਈ ਐਡੀ ਅਪਰੋਚ ਨਹੀਂ ਹੈ ਵੀ ਮੈਂ ਤੇਰੇ ਘਰ ਵਾਲੇ ਦੀ ਫਾਂਸੀ ਮਾਫ ਕਰਾ ਸਕਾਂ। ਮੇਰੀ ਕਚਹਿਰੀ ਵਿੱਚ ਵੀ ਕੋਈ ਐਦਾਂ ਦੀ ਉੱਥੇ ਰਾਜਸਥਾਨ 'ਚ ਨਹੀਂ ਚੱਲਦੀ, ਮੈਂ ਕੁਝ ਨਹੀਂ ਕਰ ਸਕਦਾ ਤੇਰੇ ਲਈ। ਸੰਤ ਮਹਾਰਾਜ ਜੀ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ, ਉਹਨਾਂ ਨੇ ਆਉਣਾ ਸੀ 1 ਤਰੀਕ ਨੂੰ ਮਸੀਤੀ, ਉਹਨਾਂ ਦਾ ਜਨਮ ਸਥਾਨ ਮਸੀਤਾਂ ਸੀ, ਬਠਿੰਡੇ ਤੇ ਸ਼ਾਇਦ 28-30 ਮੀਲ ਦੇ ਕਰੀਬ ਅੱਗੇ ਜਾ ਕੇ। ਤੇ ਉਹਨਾਂ ਦੇ ਭਰਾ ਨੇ ਕਿਹਾ ਮਹਾਂਪੁਰਸ਼ਾਂ ਨੇ ਆਉਣਾ, ਤੂੰ ਉਹਨਾਂ ਦੇ ਚਰਨਾਂ 'ਚ ਬੇਨਤੀ ਕਰ ਲਈ ਬੇਟਾ, ਮੈਂ ਨਹੀਂ ਕੁਝ ਕਰ ਸਕਦਾ ਤੇਰੇ ਵਾਸਤੇ। ਠੀਕ ਹੈ ਮੇਰੇ ਕੋਲ ਰੋ ਪੈਂਗੀ, ਤੈਨੂੰ ਦੇਖ ਕੇ ਮੇਰੇ ਵੀ ਅੱਖਾਂ 'ਚ ਪਾਣੀ ਆਉਣ ਲੱਗ ਗਿਆ, ਤੇ ਪਰ ਮੈਂ ਕਰ ਨਹੀਂ ਸਕਦਾ ਕੁਝ, ਕਿਉਂਕਿ ਮੇਰੇ ਹੱਥ ਵਿੱਚ ਕੁਝ ਹੈ ਨਹੀਂ। ਉਹਨੇ ਕਿਹਾ ਠੀਕ ਹੈ ਸਤਿਵਚਨ। 1 ਤਰੀਕ ਨੂੰ ਹਜ਼ੂਰ ਮਹਾਰਾਜ ਰਾੜੇ ਸਾਹਿਬ ਵਾਲੇ ਸਤਿਪੁਰਸ਼ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਨੇ ਜਾਣਾ ਸੀ ਮਸੀਤੀ ਨਗਰ ਵਿੱਚ। ਉੱਥੇ ਪਹੁੰਚ ਗਏ, ਉਹ ਲੜਕੀ ਉੱਥੇ ਆ ਗਈ, ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਰੋ ਰੋ ਕੇ ਚਰਨ ਧੋ ਦਿੱਤੇ। ਸਤਿਪੁਰਸ਼ਾਂ ਨੇ ਕਿਹਾ ਬੇਟੀ ਰੋਂਦੀ ਕਿਉਂ ਹੈ, ਤੂੰ ਦੱਸ ਸੱਚ ਕੀ ਹੈ। ਜਿੱਥੇ ਕੋਈ ਦੁੱਖ ਸੁਣਨ ਵਾਲਾ ਮਿਲ ਜਾਏ ਨਾ, ਉਹ ਫਿਰ ਦੁੱਖ ਕਿੰਨੇ ਗੁਣਾ ਵੱਧ ਜਾਂਦਾ। ਫਿਰ ਉੱਚੀ ਉੱਚੀ ਕੂਕਾਂ ਮਾਰਨ ਲੱਗ ਗਈ। ਸਤਿਪੁਰਸ਼ਾਂ ਨੇ ਪਿਆਰ ਦਿੱਤਾ, ਸਿਰ ਤੇ ਹੱਥ ਰੱਖਿਆ, ਬੇਟੀ ਤੂੰ ਦੱਸ ਤਾਂ ਸਹੀ ਰੋਂਦੀ ਕਿਉਂ ਹੈ, ਤੈਨੂੰ ਕੀ ਤਕਲੀਫ ਹੈ। ਸਾਧੂ ਸਾਰੇ ਸੰਸਾਰ ਦਾ ਹੀ ਭਲਾ ਮੰਗਦੇ ਹੁੰਦੇ ਨੇ, ਕੋਈ ਵੀ ਨਹੀਂ ਹੈ ਜਿਹਦਾ ਉਹ ਨਹੀਂ ਭਲਾ ਮੰਗਦੇ, ਭਲਾ ਕਰਦੇ ਵੀ ਹੈ ਤੇ ਰੱਬ ਕੋਲੋਂ ਵੀ ਸਭ ਦਾ ਭਲਾ ਹੀ ਮੰਗਦੇ ਹਨ। ਉਹਨੇ ਸਾਰੀ ਗੱਲ ਦੱਸ ਦਿੱਤੀ, ਸੱਚੇ ਪਾਤਸ਼ਾਹ ਏਦਾਂ ਏਦਾਂ ਹੋਈ। ਅਗਵਾ ਸੀ ਉੱਥੇ ਪਾਸ ਖੜੇ ਹੋਏ, ਮੇਰਾ ਪਤੀ ਜਿਹੜਾ ਸੀ ਪਾਣੀ ਲਾਉਣ ਗਿਆ ਸੀ, ਤੇ ਅੱਗੇ ਉਹਦਾ ਪਿਤਾ, ਪਹਿਲਾਂ ਉਹਦੀ ਵਾਰੀ ਸੀ ਤੇ ਉਹਨੇ ਆਪਦਾ ਪਾਣੀ ਲਾ ਲਿਆ ਸੀ। ਉਹ ਕਹਿੰਦਾ ਤੇਰੇ ਵਾਲਾ ਟਾਈਮ ਵੀ ਮੈਂ ਹੀ ਲਾਉਣਾ। ਇਹਦਾ ਪਿਤਾ ਕਹਿੰਦਾ ਮਹਾਰਾਜ ਜੀ ਆਪਸ ਵਿੱਚ ਲੜ ਪਏ ਦੋਨੋਂ ਜਾਣੇ। ਉਹ ਪਹਿਲਾਂ ਹੀ ਤਲਵਾਰ ਲੈ ਕੇ ਗਿਆ ਹੋਇਆ ਸੀ ਹੱਥ ਵਿੱਚ, ਤੇ ਮੇਰਾ ਪਤੀ ਖਾਲੀ ਹੱਥ ਸੀ। ਤੇ ਜਦ ਗਰਮੋ ਗਰਮੀ ਵੱਧ ਗਈ, ਕਿਉਂਕਿ ਉਦੋਂ ਮੋਟਰਾਂ ਵਗੈਰਾ ਬਿਜਲੀ ਦਾ ਬੰਦੋਬਸਤ ਨਹੀਂ ਸੀ ਇੰਨਾ, ਸੂਏ ਕੱਸੀਆਂ ਦਾ ਹੀ ਪਾਣੀ ਸੀ। ਜਿਹੜੇ ਤੁਹਾਡੇ ਤੋਂ ਸਿਆਣੇ ਨੇ ਉਹਨਾਂ ਨੇ ਸਾਰਿਆਂ ਨੇ ਉਹ ਵਕਤ ਦੇਖਿਆ, ਮੈਂ ਵੀ ਦੇਖਿਆ। ਹੁਣ ਪਾਣੀ ਵਿੱਚ ਜੀਵਨ ਹੈ, ਜੇ ਕੋਈ ਫਸਲ ਹੋਊ ਫੇਰ ਵੀ ਤਦੀ ਆਪਾਂ ਖਾ ਸਕਾਂਗੇ, ਉਹ ਫਸਲ ਦਾ ਲਾਹਾ ਲੈ ਸਕਾਂਗੇ। ਤੂੰ ਵੱਧ ਗਈ ਤੇ ਉਹਦੇ ਪਿਤਾ ਨੇ ਮਹਾਰਾਜ ਤਲਵਾਰ ਕੱਢ ਕੇ ਮੇਰੇ ਘਰ ਵਾਲੇ ਨੂੰ ਮਾਰਨ ਦਾ ਯਤਨ ਕੀਤਾ ਉਹਦੇ ਗਲ ਵਿੱਚ। ਕਹਿੰਦਾ ਭਾਵੇਂ ਮੈਨੂੰ ਤੇਰਾ ਸਿਰ ਵੱਢਣਾ ਪਵੇ ਪਰ ਪਾਣੀ ਨਹੀਂ ਮੈਂ ਤੈਨੂੰ ਦੇਣਾ, ਪਾਣੀ ਮੈਂ ਲਾਉਣਾ ਹੀ ਲਾਉਣਾ ਤੇਰੇ ਵਾਲਾ ਵੀ ਆਪਦੇ ਖੇਤ ਨੂੰ। ਮਹਾਰਾਜ ਜੀ ਨੇ ਉਹਨੂੰ ਧੱਕਾ ਦਿੱਤਾ ਤੇ ਉਹਦੀ ਤਲਵਾਰ
ਖੋ ਕੇ ਤੇ ਉਹਦਾ ਸਿਰ ਵੱਢ ਦਿੱਤਾ ਆਪਦੇ ਪਿਓ ਦਾ। ਕੇਸ ਚੱਲਿਆ। ਅਗਵਾਹ ਜਿਹੜੇ ਸੀ ਉੱਥੇ ਜਿਹੜੇ ਖੜੇ ਸੀ, ਇੱਕ ਦੋ ਆਦਮੀ, ਉਹਨਾਂ ਨੇ ਦੱਸਿਆ, ਹਾਂ ਸਾਡੇ ਸਾਹਮਣੇ ਸਿਰ ਵੱਢਿਆ ਇਹਨੇ ਆਪਦੇ ਪਿਓ ਦਾ। ਵਕੀਲਾਂ ਦੀ ਕੁਝ ਬਹਿਸ ਹੋਈ, ਜੱਜ ਨੇ ਫੈਸਲਾ ਦਿੱਤਾ ਬਈ ਇਹਨੂੰ 6 ਤਰੀਕ ਨੂੰ ਫਾਂਸੀ ਲੱਗੇਗੀ। ਇਹਨੇ ਆਪਣਾ ਪਿਤਾ ਦਾ ਸਿਰ ਵੱਢਿਆ ਤੇ ਅਗਵਾਹ ਮੌਜੂਦ ਹੈ। ਇਹ ਫੈਸਲਾ ਮਹਾਰਾਜ ਜੀ ਨੂੰ ਦੱਸ ਦਿੱਤਾ, ਸੱਚੇ ਪਾਤਸ਼ਾਹ ਮੇਰਾ ਤਾਂ ਕੁਝ ਵੀ ਨਹੀਂ ਰਹਿਣਾ, ਫਿਰ ਮੈਂ ਤਾਂ ਵਿਆਹੀ ਵੀ ਰਾਜਸਥਾਨ ਚ, ਗਰੀਬ ਨਵਾਜ ਸੰਤਪੁਰਾ ਪਿੰਡ ਨੂੰ ਹੈ, ਜਿਹੜੇ ਪਿੰਡ ਮੈਂ ਵਿਆਹੀ ਹਾਂ, ਤੇ ਇਹਦੇ ਚ ਮੇਰਾ ਕੀ ਕਸੂਰ ਹੈ? ਤੇ ਮੇਰੇ ਵਾਸਤੇ ਤਾਂ ਸੱਚੇ ਪਾਤਸ਼ਾਹ ਉਦੋਂ ਮੌਤ ਚੰਗੀ ਹੈ। ਫਿਰ ਰੋਣਾ ਸ਼ੁਰੂ ਕਰ ਦਿੱਤਾ। ਸੰਤ ਮਹਾਰਾਜ ਜੀ ਕਹਿੰਦੇ ਬੇਟੀ ਠੀਕ ਹੈ, ਇਹਦੇ ਵਿੱਚ ਤੇਰਾ ਕੋਈ ਕਸੂਰ ਨਹੀਂ ਹੈ। ਉਹ ਪਿਓ ਪੁੱਤ ਲੜੇ, ਗੁੱਸਾ ਵੱਧ ਗਿਆ ਤੇ ਉਹਨੇ ਤਾਂ ਵੱਢ ਹੀ ਦੇਣਾ ਸੀ ਤੇਰੇ ਪਤੀ ਨੂੰ। ਜੇ ਨਾ ਇਹ ਵੱਢਦਾ, ਉਹਨੇ ਉਹਨੂੰ ਧੱਕਾ ਦੇ ਕੇ ਕਿਰਪਾਨ ਖੋ ਕੇ ਤੇ ਉਹਨੂੰ ਵੱਢ ਦਿੱਤਾ। ਉਹ ਕੁੜੀ ਨੇ ਕਿਹਾ ਸੱਚੇ ਪਾਤਸ਼ਾਹ ਮੱਘਰ ਸਿੰਘ ਸੀ ਇਹ ਕੁੜੀ ਦੇ ਪਿਤਾ ਦਾ ਨਾਂ, ਉਹਨੂੰ ਫਾਂਸੀ ਦੀ ਸਜ਼ਾ ਵੀ ਸੁਣਾ ਦਿੱਤੀ ਜੱਜ ਨੇ 6 ਤਰੀਕ ਨੂੰ। ਸੰਤ ਮਹਾਰਾਜ ਜੀ ਚੁੱਪ ਕਰ ਗਏ, 5-4 ਮਿੰਟ ਚੁੱਪ ਰਹੇ, ਕੁਛ ਨਹੀਂ ਬੋਲੇ। ਲੋਕਾਂ ਨੇ ਵੀ ਕਿਹਾ ਮਹਾਰਾਜ ਸਾਨੂੰ ਪਤਾ ਲੱਗਿਆ ਵੀ ਅਗਵਾਹਾਂ ਨੇ ਵੀ ਗਵਾਹੀ ਦੇ ਦਿੱਤੀ, ਜਿਹੜੇ ਕੋਲੇ ਖੜੇ ਸੀ ਉਸ ਟਾਈਮ ਤੇ। ਮਹਾਰਾਜ ਜੀ ਕਹਿਣ ਲੱਗੇ ਕੁੜੀ ਦਾ ਤਾਂ ਕੋਈ ਕਸੂਰ ਨਹੀਂ ਇਹਦੇ ਵਿੱਚ। 5 ਮਿੰਟ ਚੁੱਪ ਕਰਕੇ ਕਹਿਣ ਲੱਗੇ ਚੰਗਾ ਬੇਟੀ, ਗੁਰੂ ਨਾਨਕ ਮਹਾਰਾਜ ਤਾਂ ਟੁੱਟੀਆਂ ਗੰਢ ਦਿੰਦੇ ਨੇ, ਉਹ ਸਮਰੱਥ ਹੈ ਸਭ ਕੁਝ ਕਰਨ ਵਾਸਤੇ। ਜਦੋਂ ਕਿਸੇ ਵਜਦ ਵਿੱਚ ਆ ਕੇ ਸਾਧੂ ਬੋਲਦਾ ਨਾ, ਮਾਣ ਹੁੰਦਾ ਗੁਰੂ ਨਾਨਕ ਮਹਾਰਾਜ ਤੇ ਉਸ ਨੂੰ ਆਪਣਤ ਦਾ, ਆਪਣੇ ਪੁਣ ਦਾ, ਉਦੋਂ ਉਹਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਬੋਲਦੇ ਹੁੰਦੇ ਨੇ। ਚੰਗਾ ਕਹਿੰਦਾ 6 ਨੂੰ ਤਾਂ ਨਹੀਂ ਆ ਸਕਦਾ ਉਹ ਘਰ। ਫਿਰ 1 ਮਿੰਟ ਰੋਕ ਕੇ ਕਹਿੰਦੇ 7 ਨੂੰ ਵੀ ਨਹੀਂ ਆਉਣਾ ਤੇਰੇ ਘਰ ਵਾਲੇ ਨੇ, 8 ਤਰੀਕ ਨੂੰ ਵੀ ਨਹੀਂ ਆਉਣਾ, 9 ਤਰੀਕ ਨੂੰ 10 ਵਜੇ ਘਰ ਆ ਜਾਏਗਾ, ਉੱਥੇ ਚਲੀ ਜਾ ਆਪਦੇ ਸਹੁਰੀ। ਸੰਤਪੁਰਾ ਸੀ ਰਾਜਸਥਾਨ ਵਿੱਚ, ਜਿੱਥੇ ਉਹ ਵਿਆਹੀ ਗਈ ਸੀ। ਖੁਸ਼ੀ ਚੜ੍ਹ ਗਈ। ਸਤਪੁਰਸ਼ਾਂ ਦੇ ਬਚਨ, ਸਤਪੁਰਸ਼ ਤਾਂ ਪਰਮੇਸ਼ਰ ਵਿੱਚ ਅਭੇਦ ਸਾਧੂ ਸਨ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੀਂ। ਕੋਈ ਫਰਕ ਨਹੀਂ, ਇੱਕ ਰੂਪ ਹੀ ਹੋ ਜਾਂਦੇ ਨੇ ਸਾਧੂ ਨਾਮ ਜਪ ਕੇ ਵਾਹਿਗੁਰੂ ਦਾ। ਇੱਕ ਰੂਪ ਹੋਏ ਹੋਏ ਸਨ। ਉਹ ਚਲੀ ਗਈ ਆਪਣੇ ਸਹੁਰੀ। ਇਹਨਾਂ ਨੇ ਵੀ ਇੱਕ ਵਕੀਲ ਕੀਤਾ ਸੀ ਤੇ ਹੋਰ ਵਕੀਲ ਵੀ ਦੂਜੇ ਸਰਕਾਰੀ ਵਕੀਲ ਸਨ। ਸਤਪੁਰਸ਼ਾਂ ਨੇ ਇਹ ਬਚਨ ਕਰ ਦਿੱਤਾ, ਉਦੋਂ 1 ਤਰੀਕ ਸੀ ਤੇ ਜਿਹੜਾ ਬਚਨ ਹੋ ਗਿਆ ਫਿਰ ਤਾਂ ਰੱਬ ਨੂੰ ਫਿਕਰ ਹੋ ਜਾਂਦਾ। ਜੋ ਕੁਛ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ। ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਉਹਨਾਂ ਦੀ ਸੋਭਾ ਲੋਕ ਪ੍ਰਲੋਕ ਵਿੱਚ ਹੁੰਦੀ ਹੈ। ਇਹ ਜਿਹੇ ਸਾਧੂ, ਉਹ ਫਿਰ ਜੱਜ ਰਾਹੀਂ ਸਭ ਕੁਝ ਕਰਾਉਣਾ ਸੀ ਪਰਮੇਸ਼ਰ ਨੇ। ਉਹ ਜੱਜ ਨੂੰ ਮਨ ਤੇ ਅਸਰ ਪੈ ਗਿਆ ਜੱਜ ਦੇ, ਉਹਨੂੰ ਸਾਰੀ ਰਾਤ ਨੀਂਦ ਨਾ ਆਈ। ਫਿਰ ਉਹਨੇ 6 ਤਰੀਕ ਨੂੰ ਵਕੀਲ ਇਕੱਠੇ ਕੀਤੇ ਬਈ ਬਹਿਸ ਕਰੋ ਇੱਕ ਵਾਰ ਦੁਬਾਰਾ। ਵਕੀਲਾਂ ਨੇ ਬਹਿਸ ਕੀਤੀ, ਸਾਰਿਆਂ ਨੇ ਫੈਸਲਾ ਦਿੱਤਾ ਜੀ ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ, ਪੁੱਤ ਨੇ ਆਪਦੇ ਪਿਓ ਨੂੰ ਮਾਰਿਆ ਤਾਂ ਫਾਂਸੀ ਆਪ ਜੀ ਨੇ ਦੇ ਦਿੱਤੀ। ਜੱਜ ਸਾਹਿਬ ਫਾਂਸੀ ਹੋਈ ਰਹਿਣੀ ਚਾਹੀਦੀ ਹੈ। ਇੱਕੋ ਜਿਹੜਾ ਘਰਦਿਆਂ ਵੱਲੋਂ ਵਕੀਲ ਕੀਤਾ ਸੀ ਉੱਠ ਕੇ ਖੜਾ ਹੋ ਗਿਆ, ਜੱਜ ਨੂੰ ਕਹਿੰਦਾ ਸਰਕਾਰ
ਇਹਦਾ ਇੱਕ ਧਿਆਨ ਰੱਖ ਲਿਓ। ਜੱਜ ਨੂੰ ਤਾਂ ਨੀਂਦ ਆਉਣੋਂ ਹਟ ਗਈ, ਮਹਾਰਾਜ ਦਾ ਬਚਨ ਹੋ ਗਿਆ, ਕਿਉਂਕਿ ਉਹ ਨੀਂਦ ਆਉਣੋਂ ਤਾਂ ਰੱਬ ਨੇ ਹਟਾਈ ਵੀ ਮੈਂ ਕੁਝ ਕਰ ਨਹੀਂ ਸਕਦਾ, ਸਾਰੀਆਂ ਅਗਵਾਈਆਂ ਉਹਦੇ ਖਿਲਾਫ। ਔਰ ਇਹਨੇ ਖੜੇ ਹੋ ਕੇ ਕਿਹਾ, ਮਹਾਰਾਜ ਸਰਕਾਰ, ਜਿਹੜਾ ਇਹਦਾ ਪਿਓ ਸੀ ਬੁੜਾ, ਉਹ ਤਾਂ ਤਲਵਾਰ ਲੈ ਕੇ ਗਿਆ ਸੀ, ਇਹਨੂੰ ਮਾਰਨ ਵਾਸਤੇ ਹੀ ਆਇਆ ਸੀ, ਇਹ ਤਾਂ ਖਾਲੀ ਹੱਥ ਗਿਆ ਸੀ। ਜੇ ਆਪਦੇ ਪਿਓ ਨੂੰ ਨਾ ਕੁਝ ਕਹਿੰਦਾ, ਉਹਨੇ ਬੁੜੇ ਨੇ ਤਾਂ ਇਹਨੂੰ ਵੱਢ ਹੀ ਦੇਣਾ ਸੀ, ਕਿਉਂਕਿ ਉਹ ਤਲਵਾਰ ਲੈ ਕੇ ਆਇਆ ਸੀ, ਹਥਿਆਰ ਕੋਲੇ ਲੈ ਕੇ ਆਇਆ ਸੀ। ਜੱਜ ਦੇ ਮਨ ਤੇ ਦਬਾਅ ਸੀ ਵੀ ਮੈਂ ਫਾਂਸੀ ਲਿਖ ਦਿੱਤੀ, ਮੈਂ ਕੀ ਕਰਾਂ, ਮੈਂ ਕੁਝ ਕਰ ਨਹੀਂ ਸਕਦਾ ਕਾਨੂੰਨ ਦੇ ਮੁਤਾਬਕ। ਪਰ ਜੱਜ ਨੂੰ ਵੀ ਸਮਝ ਆ ਗਈ ਇਹਦੇ 'ਚ ਫਿਰ ਮੁੰਡੇ ਦਾ ਕੀ ਦੋਸ਼ ਹੋਇਆ। ਉਹ ਵਕੀਲ ਕਹਿੰਦਾ, ਜੇ ਨਾ ਉਹਨੂੰ ਕੁਝ ਕਹਿੰਦਾ ਤਾਂ ਇਹਦੇ ਪਿਓ ਨੇ, ਬੁੜੇ ਨੇ ਤਾਂ ਇਹਨੂੰ ਵੱਢ ਹੀ ਦੇਣਾ ਸੀ, ਤਲਵਾਰ ਲੈ ਕੇ ਆਇਆ ਸੀ, ਇਹ ਤਾਂ ਖਾਲੀ ਹੱਥ ਸੀ। ਜੱਜ ਨੂੰ ਏਦਾਂ ਪ੍ਰਤੀਤ ਹੋਇਆ ਜਿਵੇਂ ਰੱਬ ਨੇ ਉਹਦੀ ਮਦਦ ਕੀਤੀ ਹੁੰਦੀ ਹੈ। ਉਹ ਬੈਠਾ ਤਿੜ-ਤਿੜ ਕਰਕੇ ਹੱਸ ਪਿਆ। ਉਹਨੇ ਆਪਣੀ ਕਲਮ ਚੱਕੀ, ਬਰੀ ਲਿਖ ਦਿੱਤਾ, ਠੀਕ ਹੈ, ਇਹਦਾ ਕੋਈ ਕਸੂਰ ਨਹੀਂ ਹੈ, ਮੈਂ ਇਹਨੂੰ ਬਰੀ ਕਰਦਾ, ਗਲਤੀ ਨਾਲ ਇਹਨੂੰ ਮੈਂ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ, ਪਰ ਉਸ ਹਾਲਾਤਾਂ ਦੇ ਹਿਸਾਬ ਨਾਲ ਇਹਦਾ ਕਸੂਰ ਕੋਈ ਹੈ ਨਹੀਂ ਸੀ, ਇਹਨੇ ਤਾਂ ਆਪਣੀ ਸੇਫਟੀ ਕੀਤੀ ਆ, ਇਹਦੇ ਪਿਓ ਨੇ ਤਾਂ ਇਹਨੂੰ ਵੱਢ ਹੀ ਦੇਣਾ ਸੀ, ਉਹ ਤਾਂ ਆਇਆ ਹੀ ਤਿਆਰੀ ਕਰਕੇ ਸੀ, ਇਹਨੇ ਫਾਂਸੀ ਮਾਫ ਕਰ ਦਿੱਤੀ। ਸਤਪੁਰਸ਼ਾਂ ਨੇ ਬਚਨ ਕੀਤਾ ਸੀ, ਕਹਿਣ ਲੱਗੇ, ਉਦੋਂ ਪਹਿਲੀ ਤਰੀਕ ਸੀ ਜਿੱਦਾਂ ਦੀ ਆ ਗੱਲ ਮਹਾਰਾਜ ਦੇ ਚਰਨਾਂ 'ਚ ਹੋਈ ਸੀ, ਛੋਟੇ ਹਜ਼ੂਰ ਮਹਾਰਾਜ ਦੇ ਚਰਨਾਂ 'ਚ। ਤੇ ਜਦ ਜੱਜ ਨੂੰ ਆਹ ਗੱਲ ਉਹਨੇ ਦੱਸੀ, ਇਹਨਾਂ ਦੇ ਵਕੀਲ ਨੇ, ਬਈ ਇਹਦੇ 'ਚ ਜੱਜ ਸਾਹਿਬ ਫਿਰ ਮੁੰਡੇ ਦਾ ਕੀ ਕਸੂਰ ਹੋਇਆ, ਇਹਦੇ ਪਿਓ ਨੇ ਤਾਂ ਇਹਨੂੰ ਵੱਢ ਹੀ ਦੇਣਾ ਸੀ, ਜੇ ਇਹ ਨਾ ਕੁਛ ਕਰਦਾ, ਇਹਨੇ ਉਹਦੀ ਤਲਵਾਰ ਖੋਹ ਕੇ ਉਹ ਵੱਢ ਦਿੱਤਾ, ਇਹਨੇ ਆਪਣੀ ਸੇਫਟੀ ਕੀਤੀ ਹੈ, ਇਹਦੇ 'ਚ ਇਹਦਾ ਗੁਨਾਹ ਕੀ ਹੋਇਆ। ਪਰਮੇਸ਼ਰ ਨੇ, ਗੁਰੂ ਨਾਨਕ ਮਹਾਰਾਜ ਜੀ ਨੇ, ਉਹ ਜੱਜ ਦਾ ਮਨ ਤਾਂ ਪਹਿਲਾਂ ਹੀ ਪ੍ਰੇਰਿਆ ਸੀ ਵੀ ਮੈਂ ਇਹਨੂੰ ਹੁਣ ਛੱਡ ਕਿਵੇਂ ਸਕਦਾ, ਉਹਨੂੰ ਕੋਈ ਜਗ੍ਹਾ ਮਿਲ ਨਹੀਂ ਸੀ ਰਿਹਾ, ਕੋਈ ਬਹਾਨਾ ਜੱਜ ਨੂੰ। ਉਹ ਜੱਜ ਹੱਸ ਪਿਆ ਤਿੜ-ਤਿੜ ਕਰਕੇ, ਕਹਿੰਦਾ ਵੀ ਬਿਲਕੁਲ ਠੀਕ ਹੈ। ਉਹਨੇ ਉਸ ਨੂੰ ਲਿਖ ਦਿੱਤਾ ਵੀ ਗਲਤੀ ਨਾਲ ਮੈਂ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ, ਔਰ ਜਦ ਪੂਰੀ ਇਨਕੁਆਰੀ ਦੇ ਮੁਤਾਬਕ ਜਦ ਦੇਖਿਆ ਜਾਂਦਾ ਤਾਂ ਇਹਦਾ ਕਸੂਰ ਕੋਈ ਨਹੀਂ ਸੀ। ਜੇ ਇਹ ਨਾ ਉਹਨੂੰ ਮਾਰਦਾ ਤੇ ਪਿਓ ਨੇ ਤਾਂ ਮੁੰਡੇ ਨੂੰ ਮਾਰ ਹੀ ਦੇਣਾ ਸੀ, ਉਹ ਤਾਂ ਆਇਆ ਹੀ ਤਿਆਰ ਕਰਕੇ ਸੀ, ਤਾਂ ਖਾਲੀ ਹੱਥ ਗਿਆ ਸੀ, ਤੇ ਮੈਂ ਇਹਨੂੰ ਬਰੀ ਕਰਦਾ, ਉਹਨੂੰ ਬਰੀ ਕਰ ਦਿੱਤਾ। ਦੂਜਾ ਹੁਕਮ ਸੀ ਬਈ ਉਹ 7 ਨੂੰ ਵੀ ਨਹੀਂ ਆਉਣਾ ਘਰ। ਫਿਰ ਮਿੰਟ ਡੇਢ ਮਿੰਟ ਮਹਾਰਾਜ ਜੀ ਚੁੱਪ ਕਰਕੇ ਫਿਰ ਕਹਿੰਦੇ 8 ਨੂੰ ਵੀ ਨਹੀਂ ਆਉਣਾ ਉਹਨੇ, 9 ਤਰੀਕ ਨੂੰ 10 ਵਜੇ ਘਰ ਆ ਜੂ। ਉਹ ਸਾਧੂ ਦੇ ਬਚਨ ਰੱਬ ਕਿਵੇਂ ਪੂਰੇ ਕਰਦਾ ਹੈ। ਹੈਸ ਚਰਜ ਜੋ ਕੁਛ ਕਰੇ ਸੋਈ ਪ੍ਰਭ ਮਾਨੈ, ਵਾਹਿਗੁਰੂ ਮੰਨ ਲੈਂਦਾ ਰੱਬ ਦੀਆਂ, ਆਪਣੇ ਪਿਆਰੇ ਦੀਆਂ, ਜੋ ਵੀ ਕੁਛ ਉਹ ਕਹਿੰਦਾ ਰੱਬ ਨੂੰ ਉਹੀ ਚੀਜ਼ ਭਾ ਜਾਂਦੀ ਹੈ, ਚੰਗੀ ਲੱਗਦੀ ਹੈ, ਤੇ ਉਹ ਉਸ ਨੂੰ ਮੰਨ ਲੈਂਦਾ ਆਪਣੇ ਪਿਆਰੇ ਦੀ ਕੀਤੀ ਹੋਈ ਨੂੰ। 9 ਤਰੀਕ ਨੂੰ ਸਹੀ 10 ਵਜੇ ਉਹ ਘਰ ਆ ਗਿਆ, ਤੇ ਸਾਰੀ ਘਰਦਿਆਂ ਨੂੰ ਗੱਲਬਾਤ ਦੱਸ ਦਿੱਤੀ। ਫਿਰ ਤਾਂ ਖੁਸ਼ੀਆਂ ਦੌੜ ਪਈਆਂ, ਖੁਸ਼ੀਆਂ ਤਾਂ ਉਸੇ ਦਿਨ ਹੀ ਹੋ ਗਈਆਂ ਜਿਸ ਦਿਨ ਬਚਨ ਕੀਤਾ ਸੀ। ਪਰ ਜਦੋਂ 9 ਤਰੀਕ ਨੂੰ 10 ਵਜੇ ਕਿਹਾ ਉਹ ਘਰ ਆ ਜਾਏਗਾ, ਬੇਟਾ ਰੋਣੋਂ ਹਟ ਜਾ, ਨਾਮ ਜਪ, ਉਹਨੂੰ ਕੋਈ ਦੱਸਿਆ ਮੂਲ ਮੰਤਰ ਜਾਂ ਇਹਦਾ ਪਾਠ ਕਰੀ ਜਾ। ਗੁਰੂ ਨਾਨਕ ਮਹਾਰਾਜ ਸਮਰੱਥ ਹੈ, ਉਹ ਤਾਂ ਸੇਕ ਵੀ ਨਹੀਂ ਲੱਗਣ ਦਿੰਦਾ, ਜਿਹਨੂੰ ਚਾਹੇ ਉਹਨੂੰ ਬਚਾ ਸਕਦੇ ਨੇ ਗੁਰੂ ਨਾਨਕ ਮਹਾਰਾਜ। ਜਾ ਪੁੱਤਰੀ ਤੂੰ ਆਪਦੇ ਉੱਥੇ ਰਾਜਸਥਾਨ ਵਿੱਚ ਸੰਤਪੁਰੇ, ਜਿਹੜਾ ਜਿੱਥੇ ਤੂੰ ਵਿਆਹੀ ਹੋਈ ਆ, ਉੱਥੇ ਚਲੀ ਜਾ, ਉਹਨੂੰ ਉਡੀਕੀ। 9 ਤਰੀਕ ਨੂੰ 10 ਵਜੇ ਘਰ ਪਹੁੰਚੂ। ਉਹ ਉਡੀਕਦੀ ਸੀ ਉਹ ਵਿਚਾਰੀ। 9 ਤਰੀਕ ਨੂੰ ਸਹੀ 10 ਵਜੇ ਉਹ ਘਰ ਪਹੁੰਚ ਗਿਆ, ਤੇ ਉਹਨੇ ਸਾਰੀ ਗੱਲ ਜੋ ਕੁਛ ਦੱਸੀ ਸੀ। ਇਤਨੇ ਉੱਚੇ ਮਹਾਂਪੁਰਸ਼ ਸੀ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਹੋਏ ਹਾਂ। ਦੋਨੋਂ ਹੀ ਸਤਪੁਰਸ਼ ਆਪੋ ਆਪਣੀਆਂ ਡਿਊਟੀਆਂ ਕਰਦੇ ਸਨ।
ਜਿਨ੍ਹਾਂ ਦਾ ਕਿਹਾ ਰੱਬ ਵੀ ਮੰਨ ਲੈਂਦਾ ਹੈ। ਜੋ ਕੁਛ ਕਰੈ ਸੋਈ ਪ੍ਰਭ ਮਾਨਾ, ਰਾਮ ਨਾਮ ਰੰਗ ਰਾਤੇ। ਇਹ ਜਿਹੇ ਸਾਧੂ ਜਿਨ੍ਹਾਂ ਦੀ ਆਪ ਜੀ ਸਾਰੇ ਯਾਦ ਵਿੱਚ ਬੈਠੇ ਹੋ। ਪਹਿਲਾਂ ਆਪ ਜੀ ਨੇ ਗੁਰਮੁਖ ਪਿਆਰੇ ਭਾਈ ਦਵਿੰਦਰ ਸਿੰਘ ਜੀ ਮਹਾਂਪੁਰਸ਼ਾਂ ਤੇ ਸੁਣਿਆ ਕੁਛ ਬਚਨ, ਫਿਰ ਸੰਤ ਬਾਬੇ ਜਰਗ ਵਾਲੇ ਮਹਾਂਪੁਰਸ਼ ਬਾਬੇ ਭੁਪਿੰਦਰ ਸਿੰਘ ਹੋਣਾ ਤੇ ਉਹਨਾਂ ਦੇ ਬਚਨ ਸੁਣੇ। ਤੇ ਇਤਨਾ ਕਿ ਇੱਕ ਬਚਨ ਆਪਾਂ ਯਾਦ ਕੀਤਾ ਹੈ ਤਾਂ ਕਿ ਸਾਡੇ ਮਨ ਵਿੱਚ ਸਰਦਾ ਬਣ ਜਾਏ। ਸਤਿਪੁਰਸ਼ਾਂ ਲਈ ਸਰਦਾ ਨਾਲ ਹੀ ਗੱਲ ਬਣਦੀ ਹੈ। ਸਰਦਾ ਬਣ ਜਾਏ ਫਿਰ ਸਾਡਾ ਵੀ ਪਾਰ ਨਿਸਤਾਰਾ ਹੋ ਜਾਂਦਾ ਹੈ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਗੁਰੂ ਨਾਨਕ ਮਹਾਰਾਜ ਦੇ ਬਚਨਾਂ ਦੀ ਜਦੋਂ ਪ੍ਰਤੀਤ ਸਾਡੇ ਵਿੱਚ ਬਣ ਜਾਏ ਤਾਂ ਵਾਹਿਗੁਰੂ ਦਾ ਵਾਸਾ ਮਨ ਵਿੱਚ ਹੋ ਜਾਂਦਾ ਹੈ। ਨਾਮ ਵਿੱਚ ਮਨ ਜੁੜ ਜਾਂਦਾ ਹੈ। ਜਾ ਕੈ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਹੋਂਦ ਦਾ ਪੂਰਨ ਵਿਸ਼ਵਾਸ ਹੋ ਜਾਂਦਾ ਹੈ ਤੇ ਸਾਧੂ ਦਾ ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹਦੇ ਹਿਰਦੇ ਵਿੱਚ ਵਾਹਿਗੁਰੂ ਪ੍ਰਗਟ ਹੋ ਜਾਂਦਾ। ਗੁਰਬਾਣੀ ਆਪਾਂ ਨੂੰ ਦੱਸਦੀ ਹੈ, ਯਤਨ ਕਰੀਏ। ਇਸ ਲਈ ਆਪਾਂ ਇਹ ਸਾਖੀ ਸੁਣਾਈ ਹੈ ਤਾਂ ਕਿ ਸਾਡੀ ਸਰਦਾ ਵੱਧ ਸਕੇ ਤੇ ਸਾਡਾ ਇਸੀ ਜਨਮ ਵਿੱਚ ਭਲਾ ਹੋ ਜਾਏ। ਸਿੱਝ ਵੇਹਾ ਬਾਰ ਬਹੁੜ ਨਾ ਹੋਵੀ ਜਨਮੜਾ। ਇਸੇ ਜਨਮ ਵਿੱਚ ਮੋਰਚਾ ਫਤਿਹ ਹੋ ਜਾਏ ਤੇ ਆਪਾਂ ਉਹਨਾਂ ਦਾ ਬਚਨ ਮੰਨੀਏ। ਸਤਿਪੁਰਸ਼ਾਂ ਨੇ ਲੱਖਾਂ ਦੀ ਤਾਦਾਦ ਵਿੱਚ ਅੰਮ੍ਰਿਤ ਛਕਾ ਕੇ ਗੁਨਾਹਗਾਰਾਂ ਦੇ ਬੁਰਾਈਆਂ ਛੁਡਾ ਕੇ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੋੜਿਆ ਸੀ। ਆਪਾਂ ਵੀ ਯਤਨ ਕਰੀਏ ਕਿ ਮਨੁੱਖਾ ਜਨਮ ਬਾਰ-ਬਾਰ ਤਾਂ ਮਿਲਦਾ ਨਹੀਂ ਹੈ। 4 ਤਰੀਕ ਨੂੰ ਆਪਣਾ ਇੱਥੇ ਅੰਮ੍ਰਿਤ ਦਾ ਹੁੰਦਾ ਪ੍ਰੋਗਰਾਮ, ਬਾਟਾ ਅੰਮ੍ਰਿਤ ਦਾ ਤਿਆਰ ਹੁੰਦਾ ਹੈ। ਜਿਨ੍ਹਾਂ ਨੇ ਨਹੀਂ ਅੰਮ੍ਰਿਤ ਛਕਿਆ, ਬੀਬੀਆਂ ਨੇ, ਮਾਈਆਂ ਨੇ, ਭਾਈਆਂ ਨੇ, ਸਾਰੇ ਹੀ ਆਪਾਂ ਅੰਮ੍ਰਿਤਪਾਨ ਕਰਕੇ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੁੜ ਕੇ ਜਨਮ ਦੀ ਸਫਲਤਾ ਹਾਸਿਲ ਕਰ ਲਈਏ ਤਾਂ ਕਿ ਇਸੀ ਜਨਮ ਵਿੱਚ ਮੋਰਚਾ ਫਤਿਹ ਹੋ ਜਾਏ। ਇਤਨੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।